ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਭਗਤਾਂ ਕੀ ਚਾਲ ਨਰਾਲੀ, ਚਾਲਾਂ ਨਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਅਗਰ ਸੰਸਾਰ ਜਾਂ ਤਿੰਨਾਂ ਲੋਕਾਂ ਦੇ ਵਿੱਚ ਕਿਸੇ ਦੀ ਚਾਲ ਨਰਾਲੀ ਦੇਖੀਏ ਤਾਂ ਉਹ ਹੈ ਰੱਬ ਦੇ ਪਿਆਰੇ, ਰੱਬ ਦੇ ਭਗਤ, ਰੱਬ ਦੇ ਪ੍ਰੇਮੀ। ਸੋ ਜਿਹੜੇ ਰੱਬ ਦੇ ਪਿਆਰੇ ਭਗਤ ਹੁੰਦੇ ਆ ਨਾ, ਗੁਰਬਾਣੀ ਕਹਿੰਦੀ ਆ, ਪੰਡਤ ਸੂਰ ਛਤਰਪਤ ਰਾਜਾ। ਚਾਹੇ ਕਹਿੰਦੇ ਕੋਈ ਕਿੱਡਾ ਭਾਰੀ ਵਿਦਵਾਨ ਹੋਵੇ, ਚਾਹੇ ਬਹੁਤ ਵੱਡਾ ਕੋਈ ਸੂਰਮਾ ਵੀ ਹੋਵੇ, ਚਾਹੇ ਛਤਰਪਤੀ ਰਾਜਾ ਵੀ ਹੋਵੇ, ਪਰ ਨਾਲ ਕਹਿਤਾ ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਭਗਤ ਦੀ ਬਰਾਬਰੀ ਦੂਸਰਾ ਨਹੀਂ ਕਰ ਸਕਦਾ। ਦੇਖੋ ਅਸਲ ਦੇ ਵਿੱਚ ਕੀ ਆ ਕਿ ਅਸੀਂ ਇਨਸਾਨੀ ਜ਼ਿੰਦਗੀ ਦੇ ਵਿੱਚ ਇਹ ਆਮ ਸਾਡੇ ਅੰਦਰ ਖਾਸ ਜਾਗਦੀ ਰਹਿੰਦੀ ਆ ਹਰੇਕ ਇਨਸਾਨ ਦੇ ਅੰਦਰ। ਉਹ ਕੀ ਆ ਕਿ ਮੇਰੇ ਪਾਸ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਧਨ ਦੌਲਤ ਹੋਵੇ। ਦੂਸਰਾ, ਮੇਰੇ ਪਾਸ ਕੋਈ ਜਾਣੀ ਉੱਚਾ ਰੁਤਬਾ ਵੀ ਹੋਵੇ। ਤੀਸਰਾ, ਮੇਰਾ ਮਾਣ ਅਤੇ ਸਨਮਾਨ ਵੀ ਹੋਵੇ। ਅਤੇ ਚੌਥੀ, ਮੇਰੀ ਜ਼ਿੰਦਗੀ ਜਿਹੜੀ ਹੈ ਨਾ ਉੱਚੀ ਸ਼ਾਨ ਦੇ ਵਿੱਚ ਗੁਜ਼ਰੇ। ਦੇਖੋ ਹਰੇਕ ਦੇ ਮਨ ਦੇ ਅੰਦਰ ਹੈ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਕਸਰ ਜਿਹੜੀਆਂ ਹੈ ਉਹ ਚੱਲਦੀਆਂ ਰਹਿੰਦੀਆਂ। ਪਰ ਦੇਖੋ ਜਦ ਗੁਰਬਾਣੀ ਨੇ ਕਹਿਤਾ ਕਿ ਭਗਤਾਂ ਕੀ ਚਾਲ ਨਰਾਲੀ, ਚਾਲਾਂ ਨਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਪਰ ਇੱਥੇ ਭਗਤਾਂ ਤਾਂ ਸੰਸਾਰੀਆਂ ਦਾ ਜੋੜ ਕਦੇ ਨਹੀਂ ਮਿਲਦਾ। ਅਸਲ ਦੇ ਵਿੱਚ ਕੀ ਆ ਕਿ ਭਗਤਾਂ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਆਮ ਸੰਸਾਰੀ ਲੋਕਾਂ ਦੇ ਨਾਲੋਂ ਅਲੱਗ ਹੁੰਦੀ ਆ, ਭਿੰਨ ਹੁੰਦੀ ਆ। ਉਹ ਕਿਵੇਂ ਹੁੰਦੀ ਆ? ਉਹ ਹਰੇਕ ਖੇਤਰ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਦੂਸਰੇ ਨਾਲੋਂ ਅਲੱਗ ਭਾਸਦੀ ਆ, ਅਲੱਗ ਦਿਸਦੀ ਆ। ਕਿਉਂ? ਕਿਉਂਕਿ ਭਗਤਾਂ ਦੀ ਜ਼ਿੰਦਗੀ ਦੇ ਬਰਾਬਰ ਦੂਸਰਾ ਕੋਈ ਸ਼ਖਸ, ਚਾਹੇ ਉਹ ਵੱਡੇ ਤੋਂ ਵੱਡਾ ਛਤਰਪਤੀ ਰਾਜਾ ਵੀ ਹੋਵੇ ਨਾ, ਭਗਤਾਂ ਦੇ ਇੱਕ ਤਿਲ ਮਾਤਰ ਦੀ ਜ਼ਿੰਦਗੀ ਦੇ ਬਰਾਬਰ ਨਹੀਂ ਉਹ ਆਪਣੇ ਆਪ ਨੂੰ ਤੋਲ ਸਕਦਾ, ਜਾਣ ਸਕਦਾ। ਸੋ ਦੇਖੋ ਅਗਰ ਭਗਤ ਨੇ ਆਪਣੇ ਜੀਵਨ ਨੂੰ ਵਾਹਿਗੁਰੂ ਜਾਂ ਸੰਗਤ ਦੇ ਪ੍ਰਤੀ ਪੂਰਨ ਤੌਰ 'ਤੇ ਸਮਰਪਿਤ ਕੀਤਾ ਹੁੰਦਾ ਨਾ, ਸੋ ਉਹਨਾਂ ਨੇ ਆਪਣੀ ਜਿਹਦੀ ਇੱਜ਼ਤ ਆਰਬੂ ਸੰਸਾਰ ਦੇ ਵਿੱਚ ਹੁੰਦੀ ਆ, ਮਾਣ ਸਨਮਾਨ ਹੁੰਦਾ ਹੈਗਾ, ਇਹ ਸਾਰਾ ਕੁਛ ਜਿਹੜਾ ਹੈ ਨਾ ਆਪਣੇ ਆਪ ਤੋਂ ਕੋਹਾਂ ਦੂਰ ਕੀਤਾ ਹੁੰਦਾ ਜ਼ਿੰਦਗੀ ਦੇ ਵਿੱਚ ਵੀ ਅਤੇ ਜ਼ਿੰਦਗੀ ਤੋਂ ਬਾਅਦ ਦੇ ਵਿੱਚ ਵੀ। ਸੋ ਉਹਨਾਂ ਨੂੰ ਆਪਣੀ ਜਿਹੜੀ ਪ੍ਰਸਿੱਧੀ ਹੈਗੀ ਆ ਇਹ ਪ੍ਰਸਿੱਧੀ ਬਿਲਕੁਲ ਪਿਆਰੀ ਨਹੀਂ ਹੁੰਦੀ। ਸੋ ਉਹਨਾਂ ਨੂੰ ਆਪਣੀ ਜ਼ਿੰਦਗੀ ਬਿਲਕੁਲ ਸਾਦੀ ਜਿਹੜੀ ਹੈ ਉਹ ਹੀ ਸਭ ਤੋਂ ਵੱਧ ਪਿਆਰੀ ਹੁੰਦੀ ਹੈ। ਜਿਹੜੀ ਜ਼ਿੰਦਗੀ ਬਿਲਕੁਲ ਸਾਦੀ ਹੋਵੇ, ਜਿਹਦੇ ਵਿੱਚ ਹਉਮੈ ਦਾ ਇੱਕ ਰਤੀ ਵੀ ਮਾਣ ਅੰਸ਼ ਵਡਿਆਈ ਜਿਹੜੀ ਹੈ, ਬੜੱਪਣ ਸਨਮਾਨ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ। ਸੋ ਇਸ ਤਰ੍ਹਾਂ ਦੇ ਇੱਕ ਸੰਤ ਮਹਾਂਪੁਰਖ ਹੋਇਆ ਕਲਕੱਤੇ ਦੇ ਅੰਦਰ। ਇਹ ਜਿਹੜੇ ਸੰਤ ਮਹਾਂਪੁਰਖ ਸੀਗੇ ਇਹ ਵੈਸ਼ਨਵੀ ਸਾਧੂਆਂ ਦੇ ਵਿੱਚ ਗਿਣੇ ਜਾਂਦੇ ਸੀ। ਸੋ ਇਹਨਾਂ ਦਾ ਜਿਹੜਾ ਨਾਮ ਹੈ ਮਹਾਂਪੁਰਖਾਂ ਦਾ ਉਹ ਹੈ ਸੇਠ ਲਾਲਾ ਬਾਬੂ ਜੀ। ਦੇਖੋ ਸੇਠ ਲਾਲਾ ਬਾਬੂ ਜੀ ਇਹ ਕਲਕੱਤੇ ਦੇ ਅੰਦਰ ਵੈਸ਼ਨਵੀ ਸਾਧੂ ਸੀਗੇ। ਦੂਸਰੀ ਗੱਲ ਇਹ ਆ ਕਿ ਇਹ ਇੰਨੇ ਅਮੀਰ ਸੀ ਹੈ ਨਾ, ਇੰਨੀ ਇਹਨਾਂ ਕੋਲ ਧਨ ਦੌਲਤ ਹੁੰਦੀ ਸੀ ਕਿ ਇਹਨਾਂ ਦੀਆਂ ਇਹ ਕਈ ਜਿਹੜੇ ਹੈ ਨਾ ਉਹ ਬਾਗ ਬਗੀਚੇ ਇਹ ਕਲਕੱਤੇ ਦੇ ਅਸਥਾਨ ਦੇ ਵਿੱਚ ਜਿਹੜੇ ਸੀਗੇ ਉਹ ਆਮ ਪਾਏ ਜਾਂਦੇ ਸੀਗੇ। ਅਤੇ ਇਹ ਜਿਹੜਾ ਇਲਾਕਾ ਹੈਗਾ, ਜਿਸ ਇਲਾਕੇ ਦੇ ਵਿੱਚ ਇਹ ਜਿਹੜੇ ਮਹਾਂਪੁਰਖ ਰਹਿੰਦੇ ਹੁੰਦੇ ਸੀ, ਇਹ ਇਲਾਕਾ ਵੇਲਗਛੀਆ ਇਲਾਕੇ ਦੇ ਵਿੱਚ ਆਉਂਦਾ ਹੈ। ਜਿਹੜਾ ਵੇਲਗਛੀਆ ਇਲਾਕਾ ਹੈ ਨਾ ਉਹਦੇ ਵਿੱਚ ਸੇਠ ਲਾਲਾ ਬਾਬੂ ਜੀ ਜਿਹੜੇ ਸੀ ਇਹ ਵੈਸ਼ਨਵੀ ਸਾਧੂ ਮੱਤ ਦੇ ਜਿਹੜੇ ਸੀ ਉਪਾਸਕ ਸੀਗੇ। ਸੋ ਆਪਣੇ ਇਹ ਵੈਸ਼ਨਵੀ ਸਾਧੂਆਂ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਸੀਗਾ। ਦੇਖੋ ਇੰਨੀ ਭਾਰੀ ਧਨ ਦੌਲਤ, ਇੰਨਾ ਭਾਰਾ ਮਾਣ ਸਨਮਾਨ, ਇੰਨਾ ਭਾਰਾ ਰੁਤਬਾ ਜਿਹੜਾ ਸੀ ਇਹਨਾਂ ਦੇ ਪਾਸ ਸੀਗਾ ਕਿ ਇਹ ਫਿਰ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਸੀ ਬਿਲਕੁਲ ਪ੍ਰਸਿੱਧੀ ਤੋਂ ਬਿਲਕੁਲ ਉਲਟ ਰੱਖੀ ਸੀਗੀ। ਇੱਕ ਹਉਮੈ ਦਾ ਰਤੀ ਮਤ ਜਿਹੜਾ ਅੰਸ਼ ਸੀਗਾ ਹੈ ਨਾ ਇਹਨਾਂ ਮਹਾਂਪੁਰਖਾਂ ਦੇ ਵਿੱਚ ਜਿਹੜਾ ਸੀ ਉਹ ਦੇਖਣ ਵਿੱਚ ਕਦੀ ਨਹੀਂ ਮਿਲਿਆ। ਕਿਉਂ? ਸਭ ਤੋਂ ਪਹਿਲਾਂ ਕੀ ਸੀ ਕਿ ਇਹ ਜਿਹੜੇ ਆਪਣੇ ਵਸਤਰ ਪਹਿਨਦੇ ਹੁੰਦੇ ਸੀ, ਕੱਪੜਾ ਉਹ ਪਹਿਨਦੇ ਹੁੰਦੇ ਸੀ ਗੋਦੜੀ ਵਾਲਾ। ਜਿਹੜੀ ਗੋਦੜੀ ਹੈ ਨਾ, ਗੋਦੜੀ ਨੂੰ ਪਹਿਨਦੇ ਹੁੰਦੇ ਸੀ, ਗੋਦੜੀ ਵਾਲੇ ਵਸਤਰ ਪਹਿਨਦੇ ਹੁੰਦੇ ਸੀ। ਦੂਸਰਾ ਕੀ ਸੀ, ਇਹ ਮਹਾਂਪੁਰਖ ਜਿਹੜੇ ਸੀਗੇ ਸੇਠ ਲਾਲਾ ਬਾਬੂ ਜੀ ਇਹ ਆਪਣੇ ਸਰੀਰ ਨੂੰ ਰੱਜ ਮਲਦੇ ਹੁੰਦੇ ਸੀਗੇ। ਉਹ ਰੱਜ ਜਿੱਥੇ ਸਾਧੂ ਸੰਤ ਬੈਠੇ ਹੁੰਦੇ ਸੀਗੇ ਉਹਦੀ ਧੂੜ ਚੱਕ ਕੇ ਹੈ ਨਾ ਆਪਣੇ ਸਰੀਰ ਨੂੰ ਮਲਣੀ। ਤੀਸਰਾ ਕੀ ਸੀਗਾ, ਇਹ ਮਧੂਕਰੀ ਜਿਹੜੀ ਸੀਗੀ ਉਹ ਗਜਾ ਕਰਕੇ ਮੰਗ ਕੇ ਛਕਦੇ ਹੁੰਦੇ ਸੀਗੇ। ਸੋ ਇਹ ਸੀ ਇਹਨਾਂ ਦੇ ਜੀਵਨ ਦੀ ਅਸਲੀ ਜ਼ਿੰਦਗੀ।
ਭਾਵ ਕੀ ਹੈ ਕਿ ਐਡੇ ਵੱਡੇ ਇਹ ਧਨ ਦੌਲਤ ਹੁੰਦੇ ਹੋਏ ਵੀ, ਮਾਣ ਸਨਮਾਨ ਦੀ ਜ਼ਿੰਦਗੀ ਵਿੱਚ ਰਹਿੰਦੇ ਹੋਏ ਵੀ, ਇਹਨਾਂ ਦੇ ਕਈ ਜਿਹੜੇ ਨੌਕਰ ਚਾਕਰ ਸੀ, ਬਹੁਤ ਸਾਰੇ ਜਿਹੜੇ ਵਰਕਰ ਜਿਹੜੇ ਸੀ, ਇਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਜਿਹੜੇ ਸੀ ਹਰ ਟਾਈਮ ਲੱਗੇ ਰਹਿੰਦੇ ਸੀ। ਪਰ ਆਪਣੀ ਜ਼ਿੰਦਗੀ ਇਹਨਾਂ ਦੀ ਬਿਲਕੁਲ ਨਿਰੋਲ ਸਾਧੂਆਂ ਵਰਗੀ ਸੀਗੀ। ਸੋ ਭਾਵ ਕੀ ਹੈ ਕਿ ਜਿਵੇਂ ਰਾਜਾ ਜਨਕ ਜੀ ਸੋਏ ਹੋਇਆ, ਉਹ ਸੋਨੇ ਦੇ ਤਖਤ ਦੇ ਵਿੱਚ ਬੈਠੇ ਹੋਏ ਵੀ ਤਿਆਗੀ ਰਹੇ ਆ। ਪਰ ਦੇਖੋ ਇਸੇ ਤਰ੍ਹਾਂ ਇਹ ਆਪਣੇ ਜੀਵਨ ਦੇ ਵਿੱਚ ਧਨ ਦੌਲਤ ਦੀ ਦੁਨੀਆ ਵਿੱਚ ਰਹਿੰਦੇ ਹੋਏ ਵੀ ਪੂਰਨ ਤਿਆਗੀ ਸਾਧੂ ਜਿਹੜੇ ਮੰਨੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਸੀਗਾ। ਇਸ ਕਰਕੇ ਵੈਸ਼ਨਵੀ ਸਾਧੂ ਅਤੇ ਹੋਰ ਜਿਹੜੇ ਮਤਾਂ ਦੇ ਸਾਧੂ ਸੀ, ਇਹਨਾਂ ਦਾ ਬੜਾ ਦਿਲੋਂ ਮਾਣ ਸਨਮਾਨ ਕਰਦੇ ਹੁੰਦੇ ਸੀ। ਅਤੇ ਇਹਨਾਂ ਤੋਂ ਨਾ ਜਿਹੜੇ ਸ਼ੁਭ ਵਚਨ ਉਪਦੇਸ਼ ਸੰਤਾਂ ਮਹਾਂਪੁਰਖਾਂ ਦੇ ਉਹ ਵੀ ਸੁਣਨ ਵਿੱਚ ਜਿਹੜੇ ਸੀਗੇ ਉਹ ਬੈਠੇ ਰਹਿੰਦੇ ਸੀ। ਸੋ ਇੱਕ ਵਾਰ ਕੀ ਹੋਇਆ ਕਿ ਇਹਨਾਂ ਦੇ ਪਰਿਵਾਰ ਦੇ ਮਨ ਦੇ ਅੰਦਰ ਇੱਕ ਜਿਹੜੀ ਇੱਛਾ ਮਨਸ਼ਾ ਜਿਹੜੀ ਇਹ ਜਾਗੀ, ਉਹ ਇਹ ਜਾਗੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਧਨ ਦੌਲਤ ਜਾਂ ਕੋਠੀਆਂ ਕਾਰਾਂ ਹਰੇਕ ਚੀਜ਼ਾਂ ਜਿਹੜੀਆਂ ਜੀਵਨ 'ਚ ਬਣਾਈਆਂ, ਸੋ ਘਰਦਿਆਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਇੱਕ ਜਗਤ ਦੇ ਭਲੇ ਦੇ ਵਾਸਤੇ ਨਾ ਭਗਵਾਨ ਦਾ ਮੰਦਰ ਬਣਾਵੋ, ਜਿੱਥੇ ਵੀ ਸਾਧੂ ਸੰਤ ਸੰਗਤ ਆਵੇ ਉਹ ਸਾਰੀ ਸਾਧੂ ਸੰਗਤ ਜਿੰਨੀ ਵੀ ਆਵੇ ਉਹ ਰੱਬ ਦਾ ਨਾਂ ਲਵੇ ਅਤੇ ਰੱਬ ਦੇ ਨਾਂ ਦਾ ਭੰਡਾਰਾ ਜਿਹੜਾ ਇੱਥੇ ਛਕਿਆ ਕਰੇ। ਸੋ ਇਹ ਘਰਦਿਆਂ ਨੇ ਹੈ ਨਾ ਸੰਤ ਜਿਹੜੇ ਸੇਠ ਲਾਲਾ ਬਾਬੂ ਜੀ ਸੀ, ਇਹਨਾਂ ਨੂੰ ਜਿਹੜੀ ਸੀ ਆਪਣੀ ਮਨ ਦੀ ਜੋ ਇੱਛਾ ਮਨਸ਼ਾ ਸੀਗੀ ਉਹ ਜ਼ਾਹਰ ਕੀਤੀ। ਸੋ ਦੇਖੋ ਘਰਦਿਆਂ ਦੀ ਇਹ ਇੱਛਾ ਨੂੰ ਪੂਰਾ ਕਰਨ ਵਾਸਤੇ ਸੇਠ ਲਾਲਾ ਬਾਬੂ ਜੀ ਨੇ ਜਾਣੀ ਉੱਥੇ ਇੱਕ ਲਾਗੇ ਸੇਠ ਸੀਗਾ, ਉਹ ਸੇਠ ਦੀ ਜਿਹੜੀ ਹੈ ਨਾ ਜ਼ਮੀਨ ਲੱਗਦੀ ਹੁੰਦੀ ਸੀਗੀ। ਉਹ ਜਿਹੜੀ ਸੇਠ ਦੀ ਜ਼ਮੀਨ ਲੱਗਦੀ ਹੁੰਦੀ ਸੀ, ਉਹ ਤੋਂ ਜ਼ਮੀਨ ਖਰੀਦਣ ਵਾਸਤੇ ਹੈ ਨਾ ਉਸ ਨੂੰ ਜਾਣੀ ਕਿ ਫਿਰ ਇਹਨਾਂ ਨੇ ਹੈ ਨਾ ਪੈਸੇ ਦਿੱਤੇ। ਜਦੋਂ ਹੈ ਨਾ ਪੈਸੇ ਦਿੱਤੇ, ਉਹ ਜਿਹੜਾ ਸੇਠ ਸੀਗਾ ਜਿੱਥੋਂ ਜ਼ਮੀਨ ਖਰੀਦੀ ਆ ਲਾਲਾ ਜਗਤ ਬਾਬੂ ਜੀ ਨੇ, ਉਹ ਵੀ ਸੇਠ ਸੀ, ਉਹਦਾ ਨਾਂ ਸੀ ਲక్ష్ਮੀ ਚੰਦ। ਉਹ ਜਿਹੜਾ ਲక్ష్ਮੀ ਚੰਦ ਸੇਠ ਸੀਗਾ ਉਹ ਤੋਂ ਜ਼ਮੀਨ ਖਰੀਦੀ। ਜ਼ਮੀਨ ਖਰੀਦਣ ਤੋਂ ਬਾਅਦ ਜਦੋਂ ਮੰਦਰ ਬਣਾਉਣ ਲੱਗੇ ਤਾਂ ਜਿਹੜਾ ਸੇਠ ਲక్ష్ਮੀ ਚੰਦ ਸੀਗਾ ਨਾ ਉਹ ਅੰਦਰ ਖਾਰ ਖਾ ਗਿਆ। ਜਦ ਖਾਰ ਖਾ ਗਿਆ ਉਹਨੇ ਮਨ 'ਚ ਸੋਚਿਆ ਵੀ ਮੈਂ ਵੀ ਸੇਠ ਹਾਂ ਅਤੇ ਇਹ ਲਾਲਾ ਬਾਬੂ ਜੀ ਵੀ ਸੇਠ ਵਾ, ਪਰ ਲਾਲਾ ਬਾਬੂ ਜੀ ਜਿਹੜੇ ਹੈਗੇ ਆ ਇਹਨਾਂ ਨੂੰ ਜਿੰਨੇ ਵੀ ਸਾਧੂ ਸੰਤ ਵਾ ਜਾਂ ਕਲਕੱਤੇ ਦੇ ਜਿੰਨੇ ਵੀ ਨਿਵਾਸੀ ਹੈਗੇ ਆ ਇਹ ਇਹਨਾਂ ਨੂੰ ਸੀਸ ਨਿਵਾਉਂਦੇ, ਇਹਨਾਂ ਦਾ ਮਾਣ ਸਨਮਾਨ ਕਰਦੇ ਆ। ਪਰ ਸੇਠ ਮੈਂ ਵੀ ਹਾਂ, ਮੈਂ ਸੇਠ ਹੋਣ ਦੇ ਬਾਵਜੂਦ ਵੀ ਮੇਰੀ ਕਲਕੱਤੇ ਦੇ ਵਿੱਚ ਇੰਨੀ ਕੋਈ ਇੱਜ਼ਤ ਪੁੱਛ ਪੜਤਾਲ ਜਿਹੜੀ ਹੈਗੀ ਉਹ ਨਹੀਂ ਹੈ। ਮੈਨੂੰ ਕੋਈ ਇੰਨਾ ਨਹੀਂ ਪੁੱਛਦਾ ਜਿੰਨਾ ਜਾਣੀ ਕਿ ਲਾਲਾ ਬਾਬੂ ਜੀ ਨੂੰ ਪੁੱਛਦੇ ਕਲਕੱਤੇ ਦੇ ਅੰਦਰ। ਸੋ ਇਸ ਕਰਕੇ ਸੇਠ ਲక్ష్ਮੀ ਚੰਦ ਨੇ ਜਿਹੜੀ ਜ਼ਮੀਨ ਜਿਹੜੀ ਸੀ ਉਹ ਮੰਦਰ ਬਣਾਉਣ ਵਾਸਤੇ ਦਿੱਤੀ ਸੀ, ਉੱਥੇ ਆਪਣਾ ਕਬਜ਼ਾ ਨਹੀਂ ਛੱਡਿਆ। ਜਦ ਕਬਜ਼ਾ ਨਹੀਂ ਛੱਡਿਆ ਅਤੇ ਗੱਲ ਕੀ ਹੋਈ, ਸੇਠ ਲਾਲਾ ਬਾਬੂ ਜੀ ਅਤੇ ਸੇਠ ਲక్ష్ਮੀ ਚੰਦ ਦੋਨਾਂ ਦਾ ਉਹ ਜ਼ਮੀਨ ਦੇ ਵਿੱਚ ਜਿਹੜਾ ਸੀਗਾ ਉਹ ਝਗੜਾ ਸ਼ੁਰੂ ਹੋ ਗਿਆ। ਜਦ ਝਗੜਾ ਸ਼ੁਰੂ ਹੋ ਗਿਆ ਅਤੇ ਇਹ ਝਗੜੇ ਦਾ ਜਿਹੜਾ ਕੇਸ ਸੀਗਾ ਇਹ ਕੋਰਟ ਕਚਹਿਰੀ ਦੇ ਅੰਦਰ ਚਲੇ ਗਿਆ। ਜਦ ਕੋਰਟ ਕਚਹਿਰੀ ਅੰਦਰ ਚਲੇ ਗਿਆ, ਦੇਖੋ ਇੱਥੇ ਹੈ ਨਾ ਲਾਲਾ ਬਾਬੂ ਜੀ ਜਿਹੜੇ ਵੈਸ਼ਨਵੀ ਸਾਧੂ ਸੀਗੇ, ਇਹਨਾਂ ਨੇ ਮਨ ਵਿੱਚ ਵਿਚਾਰ ਜਿਹੜੀ ਸੀਗੀ ਉਹ ਕੀਤੀ ਰਾਤ ਨੂੰ ਵੀ ਬਣਾਉਣਾ ਤਾਂ ਅਸੀਂ ਮੰਦਰ ਹੈਗਾ, ਜ਼ਮੀਨ ਵੀ ਮੁੱਲ ਲਈ ਆ, ਪਰ ਸੇਠ ਲక్ష్ਮੀ ਚੰਦ ਜਿਹੜਾ ਹੈਗਾ ਜ਼ਮੀਨ ਉਹਨੂੰ ਛੱਡ ਨਹੀਂ ਰਿਹਾ। ਕੇਸ ਕੋਰਟ ਕਚਹਿਰੀ ਅੰਦਰ ਚੱਲ ਗਿਆ। ਹੁਣ ਕੋਰਟ ਕਚਹਿਰੀਆਂ ਦੇ ਜਿਹੜੇ ਫੈਸਲੇ ਉਹ ਕਾਫੀ ਲੰਬੇ ਹੁੰਦੇ ਆ। ਸੋ ਇਸ ਕਰਕੇ ਕਦ ਕੋਰਟ ਦਾ ਆਪਣੇ ਫੈਸਲਾ ਆਏਗਾ ਅਤੇ ਕਦ ਮੰਦਰ ਬਣੇਗਾ। ਇਸ ਕਰਕੇ ਇਸ ਝਮੇਲੇ 'ਚ ਪੈਣ ਨਾਲੋਂ ਲਾਲਾ ਬਾਬੂ ਜੀ ਨੇ ਜਾਣੀ ਮਨ 'ਚ ਫੈਸਲਾ ਕਰ ਲਿਆ ਕਿ ਮੈਂ ਜਿਹੜਾ ਮੰਦਰ ਵਾਹਨਾ ਇਹ ਮੰਦਰ ਬਣਾਉਣ ਦਾ ਜਿਹੜਾ ਇਰਾਦਾ ਹੈਗਾ ਇਹ ਬਿਲਕੁਲ ਤਿਆਗ ਦੇਣਾ। ਸੋ ਇਸ ਕਰਕੇ ਇਹਨਾਂ ਨੇ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਪੈਣ ਦੇ ਨਾਲ ਉਹਨੇ ਸਿੱਧਾ ਹੀ ਫੈਸਲਾ ਕਰਤਾ ਕਿ ਮੈਂ ਮੰਦਰ ਨਹੀਂ ਬਣਾਉਣਾ। ਜਦ ਮੰਦਰ ਨਹੀਂ ਬਣਾਉਣਾ, ਉਸ ਤੋਂ ਬਾਅਦ ਇਹ ਜਿਹੜਾ ਕੇਸ ਸੀਗਾ ਇਹ ਤਾਂ ਕਚਹਿਰੀ ਲੱਗਾ ਹੀ ਸੀਗਾ। ਪਰ ਕੀ ਹੋਇਆ ਕਿ ਇੱਕ ਵਾਰ ਲਾਲਾ ਬਾਬੂ ਜੀ ਜਿਹੜੇ ਸੀਗੇ ਇਹ ਇੱਕ ਸਾਧੂਆਂ ਦਾ ਬੜਾ ਸਾਰਾ ਜਿਹੜਾ ਸੀਗਾ ਉਹ ਜਥਾ, ਜਿਹਦੇ ਵਿੱਚ ਲਾਲਾ ਬਾਬੂ ਜੀ ਜਿਹੜੇ ਸੀਗੇ ਇਹ ਵੀ ਉਸ ਜਥੇ ਦੇ ਵਿੱਚ ਸਾਧੂਆਂ ਦੇ ਮੰਡਲ ਦੇ ਵਿੱਚ ਜਥੇ ਦੇ ਵਿੱਚ ਜਿਹੜੇ ਸੀਗੇ ਉਹ ਸ਼ਾਮਲ ਹੋਏ। ਜਦ ਸ਼ਾਮਲ ਹੋਏ ਤਾਂ ਉੱਥੇ ਸੇਠ ਲక్ష్ਮੀ ਚੰਦ ਵੀ ਜਿਹੜਾ ਸੀ ਆਪਣੇ ਆਪ ਨੂੰ ਸੇਠ ਹੁੰਦਾ ਸੀ ਕਲਕੱਤੇ ਦਾ, ਉਹ ਵੀ ਥੋੜ੍ਹੀ ਜਿਹੀ ਹੈ ਨਾ ਸੇਵਾ ਜਾਂ ਚੰਦਾ ਸਾਧੂ ਨੂੰ ਦੇਣ ਵਾਸਤੇ ਆਇਆ। ਜਦ ਆਇਆ ਤਾਂ ਉਹਨੇ ਕੀ ਦੇਖਿਆ ਕਿ ਜਿੰਨੇ ਵੀ ਸਾਧੂ ਸੰਤ ਸੀਗੇ ਉਹ ਸਾਰੇ ਹੈ ਨਾ ਲਾਲਾ ਬਾਬੂ ਜੀ ਦੀ ਜਿਹੜੀ ਸੀਗੀ ਬੜਾ ਇੱਜ਼ਤ ਮਾਣ ਅਤੇ ਸਨਮਾਨ ਕਰ ਰਹੇ ਸੀ। ਜਦ ਸਨਮਾਨ ਕਰ ਰਹੇ ਸੀ ਤਾਂ ਕਿਸੇ ਨੇ ਸੇਠ ਲక్ష్ਮੀ ਚੰਦ ਨੂੰ ਦੱਸਿਆ ਕਿ ਇਹਨਾਂ ਸਾਰੇ ਸਾਧੂਆਂ ਦੇ ਵਿੱਚੋਂ ਇਸ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਸੇਠ ਆ ਲਾਲਾ ਬਾਬੂ ਜੀ, ਉਹ ਵੀ ਜਿਹੜੇ ਨਾ ਸਾਧੂ ਲਿਬਾਸ 'ਚ ਆਏ ਆ।
ਤੋ ਇੰਨੇ ਅਮੀਰ ਵਾ, ਉਹਨਾਂ ਕੋਲ ਇੰਨੀ ਧਨ ਦੌਲਤ ਆ ਕਿ ਸੇਠ ਲక్ష్ਮੀ ਚੰਦ ਨੂੰ ਆਖਿਆ ਕਿ ਤੇਰੇ ਵਰਗੇ ਕਈ ਜਿਹੜੇ ਸੇਠ ਵਾ ਨਾ ਉਹ ਖਰੀਦ ਸਕਦੇ ਆ, ਇੰਨੀ ਉਹਨਾਂ ਕੋਲ ਧਨ ਦੌਲਤ ਆ। ਪਰ ਦੇਖੋ ਉਹਨਾਂ ਦੀ ਜ਼ਿੰਦਗੀ ਦਾ ਫਰਕ ਦੇਖੋ ਕਿ ਇੰਨੀ ਧਨ ਦੌਲਤ, ਇੰਨੀ ਮਾਣ ਵਡਿਆਈ ਪ੍ਰਿਸ਼ਟਾ ਜਾਣੀ ਸਭ ਕੁਛ ਹੁੰਦੇ ਹੋਏ ਵੀ ਹੈ ਨਾ ਉਹ ਬਿਲਕੁਲ ਇਹਨਾਂ ਸਾਰਿਆਂ ਤੋਂ ਬਿਲਕੁਲ ਨਿਰਲੇਪ ਰਹਿੰਦੇ ਆ, ਬਿਲਕੁਲ ਨਿਮਰਤਾ 'ਚ ਰਹਿੰਦੇ ਆ। ਕਿਸੇ ਤਰ੍ਹਾਂ ਦਾ ਮੈਂ ਜਾਂ ਹਉਮੈ ਦਾ ਇੱਕ ਵੀ ਅੰਸ਼ ਉਹਨਾਂ ਦੇ ਅੰਦਰ ਨਹੀਂ ਆ। ਇਸੇ ਕਰਕੇ ਪੂਰੇ ਕਲਕੱਤੇ ਤੋਂ ਬਾਹਰਲੇ ਜਿੰਨੇ ਵੀ ਇਹ ਭਾਰਤ ਵਰਸ਼ ਦੇ ਸਾਧੂ ਆ ਨਾ ਇਹਨਾਂ ਦਾ ਸਨਮਾਨ ਕਰਦੇ ਆ। ਜਦ ਇਹ ਸਾਰੀ ਜਿਹੜੀ ਅੱਖੀਂ ਦੇਖੀ ਇਹ ਸਾਰੀ ਜਿਹੜੀ ਗੱਲ ਸੀਗੀ ਸੇਠ ਲక్ష్ਮੀ ਚੰਦ ਨੇ ਸੁਣੀ ਆ, ਅਤੇ ਫਿਰ ਉਹਦੇ ਮਨ 'ਚ ਵਿਚਾਰ ਆਇਆ ਕਿ ਇਹਨਾਂ ਨੇ ਮੇਰੇ ਤੋਂ ਜ਼ਮੀਨ ਜਿਹੜੀ ਸੀ ਉਹ ਮੁੱਲ ਲਈ ਸੀ, ਪਰ ਮੈਂ ਜ਼ਮੀਨ 'ਤੇ ਕਬਜ਼ਾ ਛੱਡਦਾ ਨਹੀਂ ਸੀ, ਇਸ ਕਰਕੇ ਕੇਸ ਅਦਾਲਤ 'ਤੇ ਚਲੇ ਗਿਆ। ਪਰ ਦੇਖੋ ਜਿਹੜੇ ਸੇਠ ਲਾਲਾ ਬਾਬੂ ਜੀ ਹੈਗੇ ਆ, ਅਗਰ ਇਹਨਾਂ ਦਾ ਕੇਸ ਅਦਾਲਤ 'ਤੇ ਚਲੇ ਗਿਆ ਹੈਗਾ ਅਤੇ ਇਹਦੇ ਨਾਲ ਮੇਰੀ ਹੀ ਸਾਰੀ ਜਿਹੜੀ ਸਾਰੇ ਪਾਸੇ ਜਿਹੜੀ ਹੈ ਉਹ ਜਿੰਨੀ ਵੀ ਮਾੜੀ ਮੋਟੀ ਇੱਜ਼ਤ ਮਾਣ ਹੈ ਨਾ ਸਾਰੀ ਮਿੱਟੀ 'ਚ ਮਿਲ ਜਾਊਗੀ। ਕਿਉਂ? ਇੱਕ ਤਾਂ ਮੈਂ ਜ਼ਮੀਨ ਦੇ ਪੈਸੇ ਵੀ ਲੈ ਲਏ, ਦੂਸਰਾ ਮੈਂ ਜ਼ਮੀਨ ਨਹੀਂ ਛੱਡਦਾ, ਤੀਸਰਾ ਮੈਂ ਜਿਹੜਾ ਝੂਠਾ ਕੇਸ ਆ ਉਹ ਕਚਹਿਰੀ 'ਚ ਕਰ ਦਿੱਤਾ ਹੈਗਾ। ਇਸ ਕਰਕੇ ਅਗਰ ਜੀਂਦੇ ਜੀ ਜਿਹੜੀ ਹੈਗੀ ਆ ਮੈਂ ਝੂਠ ਦੀ ਖੱਟੀ ਕਰੂੰਗਾ ਅਤੇ ਮੌਤ ਤੋਂ ਬਾਅਦ ਮੇਰਾ ਕੀ ਹਾਲ ਹੋਊਗਾ। ਸੋ ਇਹ ਵਿਚਾਰ ਜਿਹੜੀ ਸੀਗੀ ਸੇਠ ਲక్ష్ਮੀ ਚੰਦ ਜੀ ਦੇ ਮਨ ਵਿੱਚ ਉਹਨਾਂ ਟਾਈਮਾਂ 'ਚ ਆਈ ਸੀ। ਜਦ ਇਹ ਵਿਚਾਰ ਉਹਨਾਂ ਦੇ ਮਨ 'ਚ ਆਈ ਸੀ, ਉਹਨਾਂ ਨੇ ਫਿਰ ਆਪਣੀ ਗਲਤੀ ਮੰਨਣ ਵਾਸਤੇ ਉਹ ਸਾਧੂਆਂ ਦੇ ਭਰੇ ਇਕੱਠ ਦੇ ਵਿੱਚ ਹੈ ਨਾ ਲਾਲਾ ਬਾਬੂ ਜੀ ਦੇ ਜਿਹੜੇ ਨੇ ਚਰਨਾਂ 'ਤੇ ਜਾ ਕੇ ਸੇਠ ਲక్ష్ਮੀ ਚੰਦ ਨੇ ਮੱਥਾ ਟੇਕਤਾ। ਮੱਥਾ ਟੇਕ ਕੇ ਚਰਨ ਜਿਹੜੇ ਫੜ ਕੇ ਤਾਂ ਆਪਣੀ ਭੁੱਲ ਬਖਸ਼ਾਉਣੀ ਸ਼ੁਰੂ ਕਰ ਦਿੱਤੀ, ਅਤੇ ਨਾਲ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਮੈਂ ਕੇਸ ਕੋਰਟ ਕਚਹਿਰੀ 'ਚ ਕੀਤਾ ਉਹ ਵਾਪਸ ਲੈਂਦਾ, ਅਤੇ ਮੇਰਾ ਮਨ ਦੇ ਵਿੱਚ ਸੀਗਾ ਕਿ ਮੈਂ ਵੀ ਇੱਕ ਮੰਦਰ ਬਣਾਉਣਾ ਤੁਹਾਡੇ ਮੁਕਾਬਲੇ ਦੇ ਵਿੱਚ। ਇਹ ਜਿਹੜਾ ਰੰਗ ਮੰਦਰ ਮੈਂ ਬਣਾਉਣਾ ਸੀਗਾ, ਹੁਣ ਮੈਂ ਇਹ ਜਿਹੜਾ ਰੰਗ ਮੰਦਰ ਵਾ ਨਾ ਰੰਗਨਾਥ ਜੀ ਦਾ, ਇਹ ਨਹੀਂ ਹੁਣ ਬਣਾਊਂਗਾ, ਪਹਿਲਾਂ ਮੈਂ ਤੁਹਾਡਾ ਜਿਹੜਾ ਹੈ ਨਾ ਮੰਦਰ ਬਣਾਊਂਗਾ। ਜਦ ਸੇਠ ਲਾਲਾ ਬਾਬੂ ਜੀ ਦਾ ਪਹਿਲਾ ਮੰਦਰ ਜਿਹੜਾ ਸੀਗਾ ਉਹਨਾਂ ਨੇ ਮਨ 'ਚ ਇਰਾਦਾ ਸੋਚਿਆ ਸੀਗਾ, ਉਸ ਨੂੰ ਬਣਾਉਣ ਵਾਸਤੇ ਸੇਠ ਲక్ష్ਮੀ ਚੰਦ ਜੀ ਨੇ ਨਾ ਆਪਣਾ ਜਿਹੜਾ ਮੰਦਰ ਬਣਾਉਣ ਦਾ ਇਰਾਦਾ ਸੀਗਾ ਉਸ ਮੁਕਾਬਲੇ ਦੇ ਵਿੱਚ ਉਹਨੂੰ ਬਿਲਕੁਲ ਤਿਆਗ ਦਿੱਤਾ। ਜਦ ਤਿਆਗ ਦਿੱਤਾ ਤਾਂ ਦੇਖੋ ਇਸੇ ਹੀ ਸੇਠ ਲక్ష్ਮੀ ਚੰਦ ਜੀ ਨੇ ਫਿਰ ਲਾਲਾ ਬਾਬੂ ਜੀ ਜਿਹੜੇ ਉਹਨਾਂ ਦੇ ਪਰਿਵਾਰ ਦਾ ਮਨ ਦਾ ਇਰਾਦਾ ਸੀਗਾ ਉਸ ਮੰਦਰ ਬਣਾਉਣ ਦੇ ਵਿੱਚ ਬੜਾ ਭਾਰਾ ਸਹਿਯੋਗ ਦਿੱਤਾ। ਬਹੁਤ ਵੱਡਾ ਜਿਹੜਾ ਮੰਦਰ ਸੀਗਾ ਇਹ ਜਿਹੜਾ ਸੀਗਾ ਫਿਰ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਣਾਇਆ ਸੀ। ਜਦ ਬਣਾਇਆ ਉਸ ਤੋਂ ਬਾਅਦ ਦੇਖੋ ਲਾਲਾ ਬਾਬੂ ਜੀ ਜਿਹੜੇ ਸੀਗੇ ਜਦ ਸੰਸਾਰ ਉਹਨਾਂ ਨੇ ਛੱਡਣਾ ਸੀਗਾ ਨਾ, ਸੰਸਾਰ ਛੱਡਣਾ ਸੀਗਾ, ਬਹੁਤ ਸਾਰੇ ਜਿਹੜੇ ਸਾਧੂ ਸੀਗੇ ਅੰਤ ਸਮੇਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਸੀ ਉਹਨਾਂ ਦੇ ਅਸਥਾਨ 'ਤੇ ਪਹੁੰਚੇ। ਜਦ ਮੰਦਰ ਦੇ ਸਥਾਨ 'ਤੇ ਪਹੁੰਚੇ ਅਤੇ ਦੇਖੋ ਅਤੇ ਜਦੋਂ ਫਿਰ ਅਸਥਾਨ 'ਤੇ ਪਹੁੰਚੇ ਉਸ ਟਾਈਮ ਲਾਲਾ ਬਾਬੂ ਜੀ ਨੇ ਜਿਹੜੀ ਆਪਣੀ ਵਸੀਅਤ ਵਕੀਲਾਂ ਦੇ ਕੋਲ ਰਖਾਈ ਸੀਗੀ। ਜਦ ਉਹਨਾਂ ਦਾ ਜਿਹੜਾ ਸੀਗਾ ਅੰਤਮ ਜਿਹੜਾ ਸੀਗਾ ਸਰੀਰ ਪੰਜ ਭੌਤਿਕ ਸਰੀਰ ਤੋਂ ਜਿਹੜਾ ਸੀਗਾ ਵਿਦਾ ਹੋਇਆ, ਜਦ ਉਹਨਾਂ ਨੇ ਇਹ ਪਰਲੋਕ ਸੁਧਾਰੇ ਆ, ਇਹ ਸੰਸਾਰ ਦਾ ਤਿਆਗ ਕੀਤਾ, ਉਸ ਟਾਈਮ ਜਦ ਵਸੀਅਤ ਜਿਹੜੀ ਸੀ ਸਾਰੇ ਸਾਧੂਆਂ ਸੰਤਾਂ ਵਿੱਚ ਅਤੇ ਸਾਰੇ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ 'ਚ ਪੜ੍ਹ ਕੇ ਜਿਹੜੀ ਵਕੀਲ ਨੇ ਜਿਹੜੀ ਸੁਣਾਈ ਸੀ, ਉਸ ਵਸੀਅਤ ਦੇ ਵਿੱਚ ਵੱਡੀ ਇੱਕ ਹੈਰਾਨੀਜਨਕ ਜਿਹੜੀ ਸੀ ਇਹ ਗੱਲ ਜਿਹੜੀ ਸੀ, ਇਹ ਘਟਨਾ ਜਿਹੜੀ ਗੱਲ ਸੀਗੀ ਇਹ ਲਾਲਾ ਬਾਬੂ ਜੀ ਨੇ ਉਸ ਵਸੀਅਤ ਦੇ ਵਿੱਚ ਜਿਹੜੀ ਸੀ ਉਹ ਦਰਜ ਕਰਵਾਈ ਸੀ, ਲਿਖਿਆ ਸੀ। ਸੋ ਉਹ ਕੀ ਸੀ? ਉਸ ਵਸੀਅਤ ਦੇ ਵਿੱਚ ਇਹ ਲਿਖਿਆ ਸੀਗਾ ਕਿ ਜਦੋਂ ਮੈਂ ਆਪਣਾ ਪੰਜ ਭੂਤਕ ਸਰੀਰ ਤਿਆਗ ਦਊਂਗਾ, ਮੇਰਾ ਪੰਜ ਭੂਤਕ ਸਰੀਰ ਆ ਇਹਦੀ ਅੰਤਮ ਕਿਰਿਆ ਜਿਹੜੀ ਹੈਗੀ ਆ ਇਹ ਕਿਸੇ ਵੈਸ਼ਨਵੀ ਸਾਧੂਆਂ ਦੇ ਕੰਧੇ ਉੱਤੇ ਜਿਹੜੇ ਹੈ ਮੇਰੇ ਸਰੀਰ ਨੂੰ ਲਿਜਾ ਕੇ ਨਹੀਂ ਕਰਨੀ। ਮੇਰੇ ਸਰੀਰ ਦਾ ਅੰਤਮ ਸੰਸਕਾਰ ਜਿਹੜਾ ਹੈਗਾ ਉਹ ਇਸ ਤਰ੍ਹਾਂ ਨਹੀਂ ਕਰਨਾ ਕਿ ਨਾ ਤਾਂ ਕੋਈ ਬਾਜੇ ਗਾਜੇ ਜਾਂ ਕਿਸੇ ਸ਼ਾਨੋ ਸ਼ੌਕਤ ਨਾਲ, ਨਾ ਕਿਸੇ ਫੁੱਲਾਂ ਦੀ ਵਰਖਾ, ਨਾ ਬੈਂਡ ਬਾਜਿਆਂ ਦੇ ਨਾਲ, ਨਾ ਕਿਸੇ ਕੀਰਤਨ ਦੇ ਨਾਲ ਕਰਨਾ ਹੈਗਾ। ਕਿਸੇ ਤਰ੍ਹਾਂ ਦੇ ਕੋਈ ਖੁਸ਼ੀ ਦੇ ਸੋਲੇ ਨਹੀਂ ਗਾਉਣੇ। ਉਹਦੇ ਵਿੱਚ ਫਿਰ ਉਹਨਾਂ ਨੇ ਸੰਤ ਲਾਲਾ ਬਾਬੂ ਜੀ ਨੇ ਦੱਸਿਆ ਸੀਗਾ ਕਿ ਮੇਰਾ ਜਿਹੜਾ ਸਰੀਰ ਵਾ ਨਾ ਇਹ ਸਰੀਰ ਨੂੰ ਜਿਹੜਾ ਹੈਗਾ ਵੈਸ਼ਨਵੀ ਸਾਧੂ ਸੰਤਾਂ ਦੇ ਕੰਧੇ ਜਿਹੜੇ ਹੈਗੇ ਆ ਉਹਨਾਂ ਕੰਧਿਆਂ ਤੋਂ ਮੇਰੇ ਸਰੀਰ ਨੂੰ ਜਾਣੀ ਕੋਹਾਂ ਦੂਰ ਰੱਖਣਾ, ਇਸ ਕਰਕੇ ਰੱਖਣਾ ਕਿ ਮੇਰਾ ਸਰੀਰ ਵੈਸ਼ਨਵੀ ਸਾਧੂ ਸੰਤਾਂ ਦੇ ਕੰਧਿਆਂ ਉੱਤੇ ਨਹੀਂ ਸੋਭਦਾ। ਦੇਖੋ ਕਿੱਡੀ ਭਾਰੀ ਉਹਨਾਂ ਦੇ ਮਨ ਦੇ ਵਿੱਚ ਇੰਨਾ ਸਾਧੂ ਸੰਤਾਂ ਦਾ ਜਾਣੀ ਸਤਿਕਾਰ ਸੀਗਾ ਕਿ ਮੇਰੀ ਸਰੀਰ ਦੀ ਜਿਹੜੀ ਮਿੱਟੀ ਆ ਇਹ ਸਾਧੂ ਸੰਤ ਆਪਣੇ ਕੰਧਿਆਂ 'ਤੇ ਲਿਜਾ ਕੇ ਉਸ ਨਦੀ ਦੇ ਵਿੱਚ ਜਿਹੜਾ ਹੈਗਾ ਉਹ ਜਲ ਸਮਾਧੀ ਦੇਣ, ਇਹ ਨਹੀਂ ਸੋਭਦੀ। ਦੇਖੋ ਉਹਨਾਂ ਨੇ ਵਸੀਅਤ 'ਚ ਕੀ ਲਿਖਿਆ ਸੀਗਾ,
ਉਹਨਾਂ ਨੇ ਵਸੀਅਤ ਦੇ ਵਿੱਚ ਇਹ ਚੀਜ਼ ਜਿਹੜੀ ਸੀ ਉਹ ਲਿਖੀ ਸੀਗੀ ਕਿ ਅੰਤ ਸਮੇਂ ਜਦੋਂ ਮੇਰੇ ਸਰੀਰ ਨੂੰ ਜਲ ਸਮਾਧੀ ਕਰਨਾ ਹੈਗਾ, ਜਲ ਦੇ ਵਿੱਚ ਜਿਹੜਾ ਹੈਗਾ ਮੇਰੇ ਸਰੀਰ ਨੂੰ ਸਮਾਧੀ ਦੇਣੀ ਆ, ਇਹਦਾ ਅੰਤਮ ਕਿਰਿਆ ਜਿਹੜੀ ਹੈ ਉਹ ਕਰਨੀ ਹੈਗੀ, ਅੰਤਮ ਰਸਮ ਕਰਨੀ ਹੈਗੀ ਆ, ਅਤੇ ਮੇਰੇ ਜਿਹੜੇ ਪੈਰ ਹੈਗੇ ਆ, ਮੇਰੀਆਂ ਲੱਤਾਂ ਨੂੰ ਰੱਸਾ ਪਾ ਕੇ ਤੁਸੀਂ ਹੈ ਨਾ ਜ਼ਮੀਨ 'ਤੇ ਘੜੀਸ ਕੇ ਜਿਹੜਾ ਹੈਗਾ ਉਹ ਜਲ ਪ੍ਰਵਾਹ ਕਰਾਉਣਾ ਹੈਗਾ। ਕਿਉਂਕਿ ਮੇਰਾ ਸਰੀਰ ਸਾਧੂਆਂ ਸੰਤਾਂ ਦੇ ਕੰਧਿਆਂ 'ਤੇ ਜਿਹੜਾ ਹੈ ਨਾ ਉਹ ਸੋਭਦਾ ਨਹੀਂ ਆ। ਦੇਖੋ ਐਡੀ ਵੱਡੀ ਵਸੀਅਤ ਦੇ ਵਿੱਚ ਜਦ ਇਹ ਗੱਲ ਜਿਹੜੀ ਸੀਗੀ ਉਸ ਵਕੀਲ ਨੇ ਜਦੋਂ ਪੜ੍ਹ ਕੇ ਜਿਹੜੀ ਸੀਗੀ ਪੂਰੇ ਸਾਧੂ ਸੰਤਾਂ ਅਤੇ ਰਿਸ਼ਤੇਦਾਰਾਂ ਅਤੇ ਘਰਦਿਆਂ ਵਿੱਚ ਸੁਣਾਈ ਸੀ ਹੈ ਨਾ, ਅਤੇ ਦੇਖੋ ਲਾਲਾ ਬਾਬੂ ਜੀ ਦੀ ਜਿਹੜੀ ਇੰਨੀ ਅਥਾਹ ਨਿਮਰਤਾ, ਅਥਾਹ ਪ੍ਰੇਮ, ਅਤੇ ਉਹਨਾਂ ਦੇ ਮਨ ਦੀ ਜਿਹੜੀ ਹੈ ਨਾ ਅਥਾਹ ਹੰਕਾਰ ਦੀ ਜਿਹੜੀ ਸੀਗੀ ਉਹ ਕਹਿੰਦੇ ਹੁੰਦੇ ਆ ਕਿ ਜਿਹਨੂੰ ਅਸੀਂ ਕਹਿੰਦੇ ਕਿ ਹੰਕਾਰ ਦਾ ਜਿਹੜਾ ਪਹਾੜ ਵਾ, ਜਿਹੜਾ ਆਮ ਹਰੇਕ ਦੇ ਮਨ ਦੇ ਵਿੱਚ ਬਣਾਉਂਦਾ, ਉਸ ਹੰਕਾਰ ਦੇ ਪਹਾੜ ਦੀਆਂ ਧੱਜੀਆਂ ਜਿਹੜੀਆਂ ਉਹਨੇ ਕਿਵੇਂ ਆਪਣੇ ਜੀਵਨ ਦੇ ਵਿੱਚ ਅੜਾਈਆਂ ਸੀਗੀਆਂ ਕਿ ਉਹਨਾਂ ਨੇ ਆਪਣੇ ਜੀਂਦੇ ਜੀ ਤਾਂ ਹੰਕਾਰ ਨੂੰ ਲਾਗੇ ਨਹੀਂ ਜਿਹੜਾ ਲੱਗਣ ਦਿੱਤਾ, ਆਪਣੀ ਮੈਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਪਰ ਦੇਖੋ ਪਰਲੋਕ ਤੋਂ ਬਾਅਦ ਵੀ ਉਹਨਾਂ ਨੇ ਦੇਖੋ ਕਿੱਡੀ ਵੱਡੀ ਵਸੀਅਤ 'ਚ ਲਿਖਿਆ ਕਿ ਮੇਰੀਆਂ ਜਿਹੜੀਆਂ ਲੱਤਾਂ ਹੈਗੀਆਂ ਇਹਨੂੰ ਰੱਸਾ ਪਾ ਕੇ ਘੜੀਸ ਕੇ ਜਿਹੜਾ ਹੈਗਾ ਉਹ ਜਲ ਪ੍ਰਵਾਹ ਕੀਤਾ ਜਾਵੇ। ਜਦ ਇਹ ਵਸੀਅਤ ਪੜ੍ਹੀ ਸੀ ਤਾਂ ਸਾਰੀ ਜਿਹੜੀ ਸੰਗਤ ਸੀਗੀ ਉਹ ਇਹਨਾਂ ਦੀ ਇਹ ਵਸੀਅਤ ਸੁਣ ਕੇ ਜਿਹੜੀ ਸੀ ਉਹ ਵਾਹੋ ਦਾ ਹੀ ਜਿਹੜੀ ਸੀ ਉਹ ਰੋ ਪਈ ਸੀਗੀ। ਅੱਖਾਂ ਦੇ ਵਿੱਚ ਸਾਰੇ ਜਿੰਨੇ ਸਾਧੂ ਸੀਗੇ ਹੈ ਨਾ ਉਹਨਾਂ ਦੇ ਮਨ ਦੇ ਵਿੱਚ ਲਾਲਾ ਬਾਬੂ ਜੀ ਦਾ ਜਿਹੜਾ ਪਿਆਰ ਸੀਗਾ ਉਹ ਉਦਮ ਪਿਆਰ ਸੀਗਾ, ਕਿਉਂਕਿ ਇਹੋ ਜਿਹੀ ਵਸੀਅਤ ਅੱਜ ਤੱਕ ਜਿਹੜੀ ਸੀ ਉਹ ਕਿਸੇ ਐਸੇ ਸਾਧੂ ਨੇ ਨਹੀਂ ਕੀਤੀ ਜਿਹਨੇ ਜਿਹੜਾ ਅਖੀਰ ਦੇ ਵਿੱਚ ਆਪਣੀ ਇੱਛਾ ਇਹ ਜ਼ਾਹਰ ਕੀਤੀ ਹੋਵੇ ਕਿ ਮੇਰਾ ਜਿਹੜਾ ਸਰੀਰ ਆ ਕਿਸੇ ਸ਼ਾਹੀ ਸਨਮਾਨ ਦੇ ਵਿੱਚ ਫੁੱਲਾਂ 'ਚ ਬੈਂਡ ਬਾਜਿਆਂ 'ਚ ਨਹੀਂ ਖੜਨਾ, ਮੇਰੇ ਸਰੀਰ ਨੂੰ ਲੱਤਾਂ ਨੂੰ ਰੱਸਾ ਪਾ ਕੇ ਘੜੀਸ ਕੇ ਜਿਹੜਾ ਹੈਗਾ ਤੁਸੀਂ ਲੈ ਕੇ ਜਾਣਾ ਹੈਗਾ, ਜਲ ਪ੍ਰਵਾਹ ਕਰਨਾ ਹੈਗਾ। ਦੇਖੋ ਜਦ ਇਹ ਅੰਤਮ ਇੱਛਾ ਜਿਹੜੀ ਸੀਗੀ ਇਹ ਸਾਰਿਆਂ ਨੇ ਜਾਣੀ ਸੁਣੀ ਆ, ਉਸ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੀ ਮਨ ਦੀ ਇੱਛਾ ਸੀ ਇਹਨੂੰ ਪੂਰਾ ਕਰਨ ਵਾਸਤੇ ਫਿਰ ਜਿੰਨੇ ਵੀ ਭਾਰਤ ਵਰਸ਼ ਦੇ ਸਾਧੂ ਵੈਸ਼ਨਵੀ ਜਾਂ ਹੋਰ ਸਾਧੂ ਸੰਤ ਜਿਹੜੇ ਸੀ ਇਕੱਠੇ ਹੋਏ ਸੀ, ਉਹਨਾਂ ਨੇ ਫਿਰ ਕੀ ਕੀਤਾ ਸੀਗਾ ਕਿ ਲਾਲਾ ਬਾਬੂ ਜੀ ਦੀ ਜਿਹੜੀ ਇੱਕ ਲੱਤ ਸੀਗੀ ਹੈ ਨਾ, ਇੱਕ ਲੱਤ ਨੂੰ ਜਿਹੜੀ ਸੀ ਉਹ ਰੱਸੀ ਪਾ ਕੇ ਜਾਣੀ ਮੰਦਰ ਦੀ ਜਿਹੜੀ ਘੜੀਸ ਕੇ ਇੱਕ ਪਰਿਕਰਮਾ ਕਰਾਈ ਸੀ। ਉਹ ਜਿਸ ਜਗ੍ਹਾ ਇਹਨਾਂ ਦੇ ਸਰੀਰ ਨੂੰ ਜਿਹੜਾ ਸੀਗਾ ਉਹ ਘੜੀਸਿਆ ਗਿਆ ਸੀਗਾ ਉਸ ਦੇ ਸਰੀਰ ਦੇ ਅੱਗੇ ਜਾਣੀ ਕਿ ਇੱਕ ਐਸੀ ਪਰਿਕਰਮਾ ਬਣਾਈ ਸੀ ਜਿਹੜੀ ਰੱਜਦੀ ਸੀਗੀ, ਮਿੱਟੀ ਧੂਲ ਦੀ ਸੀਗੀ, ਅਤੇ ਉਹਦੇ ਵਿੱਚ ਦੇਖੋ ਇਹਦਾ ਦੇ ਸਰੀਰ ਨੂੰ ਜਿਹੜੀ ਸੀਗੀ ਜਦੋਂ ਰੱਸਾ ਪਾ ਕੇ ਮੰਦਰ ਦੀ ਪਰਿਕਰਮਾ ਕਰਾਈ ਆ, ਮੰਦਰ ਦੀ ਪਰਿਕਰਮਾ ਕਰਕੇ ਜਿਉਂ ਜਿਹੜੇ ਸੀਗੇ ਉਹ ਸਾਧੂ ਇਹਨਾਂ ਦੇ ਸਰੀਰ ਨੂੰ ਖਿੱਚਦੇ ਸੀਗੇ, ਤਿਉਂ ਜਿੰਨੇ ਵੀ ਪ੍ਰੇਮੀ ਸੀਗੇ ਉਹ ਸਾਰੇ ਹੈ ਨਾ ਧਾਹਾਂ ਮਾਰ ਕੇ ਰੋਂਦੇ ਸੀਗੇ। ਸੋ ਦੇਖੋ ਉਸ ਤੋਂ ਬਾਅਦ ਉਹ ਜਿਹੜੀ ਰੱਜ ਸੀਗੀ ਜਿਸ ਦੇ ਉੱਤੇ ਸਰੀਰ ਜਿਹੜਾ ਸੀਗਾ ਇਹਨਾਂ ਦਾ ਰੱਸੀ ਨਾਲ ਖਿੱਚਿਆ ਗਿਆ ਸੀਗਾ, ਉਸ ਰੱਜ ਨੂੰ ਜਿੰਨੇ ਵੀ ਸਾਧੂ ਜਾਂ ਸੰਗਤਾਂ ਸੀਗੀਆਂ ਉਹ ਚੱਕ ਕੇ ਆਪਣੇ ਚਰਨਾਂ ਮਸਤਕ 'ਤੇ ਆਪਣੇ ਸਰੀਰ ਨੂੰ ਲਾਉਂਦੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਹੈ ਨਾ ਇਹ ਜਿਹੜੀ ਮਨ ਦੀ ਇਹਨਾਂ ਦੀ ਮਨਸ਼ਾ ਸੀਗੀ ਮੰਦਰ ਦੇ ਦੁਆਰੇ ਫਿਰ ਪਰਿਕਰਮਾ ਕਰਕੇ ਬਾਕੀ ਜਿਹੜਾ ਇਹਨਾਂ ਦਾ ਸਰੀਰ ਸੀਗਾ ਫਿਰ ਜਲ ਸਮਾਧੀ ਜਿਹੜਾ ਸੀਗਾ ਉਹ ਦਿੱਤਾ ਗਿਆ ਸੀਗਾ। ਇਹਨਾਂ ਦਾ ਜਿਹੜਾ ਸਰੀਰ ਸੀਗਾ ਫਿਰ ਜਲ ਦੇ ਵਿੱਚ ਜਿਹੜਾ ਸੀਗਾ ਉਹ ਜਲ ਦੇ ਵਿੱਚ ਡੁਬੋਇਆ ਗਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਲ ਪ੍ਰਵਾਹ ਜਿਹੜਾ ਸਰੀਰ ਸੀਗਾ ਉਹ ਇਹਨਾਂ ਦੀ ਅੰਤਮ ਇੱਛਾ ਨੂੰ ਪੂਰਾ ਕਰਕੇ ਕੀਤਾ ਸੀਗਾ। ਸੋ ਇਹ ਸਾਧੂਆਂ ਦੀ ਜ਼ਿੰਦਗੀ ਜਿਹੜੀ ਹੈ, ਭਾਵ ਕੀ ਆ ਕਿ ਅਸਲ ਜਿਹੜੇ ਸਾਧੂ ਹੁੰਦੇ ਹਨ ਇਹੋ ਜਿਹੇ ਸਾਧੂ ਜਿਹੜੇ ਆ ਉਹ ਸੰਤ ਲਾਲਾ ਬਾਬੂ ਜੀ ਵਰਗੇ ਜਿਹੜੇ ਹਨ ਕੋਈ ਐਸਾ ਕੋਈ ਬਿਰਲਾ ਸਾਧੂ ਹੁੰਦਾ ਹੈਗਾ ਜਿਹਨੇ ਆਪਣੇ ਜੀਂਦੇ ਜੀ ਲੋਕ ਦੇ ਵਿੱਚ ਕੋਈ ਮਾਣ ਇੱਜ਼ਤ ਵਡਿਆਈ ਸਨਮਾਨ ਉਹਦਾ ਸਾਰੇ ਤਿਆਗ ਦਿੱਤੇ ਹੋਣ, ਅਤੇ ਇਸ ਪਰਲੋਕ ਜਾਣ ਤੋਂ ਬਾਅਦ ਵੀ ਆਪਣਾ ਜਿਹੜਾ ਮਾਣ ਸਨਮਾਨ ਇੱਜ਼ਤ ਹੈਗੀ ਆ ਉਹਨੂੰ ਬਿਲਕੁਲ ਤਿਆਗ ਕੇ ਉਹਨੂੰ ਛਿੱਕੇ ਟੰਗ ਕੇ ਅਤੇ ਦੇਖੋ ਆਪਣੇ ਸਰੀਰ ਦੀ ਜਿਹੜੀ ਅੰਤਿਮ ਕਿਰਿਆ ਹੈਗੀ ਆ ਉਹ ਇਸ ਢੰਗ ਨਾਲ ਕੀਤੀ ਆ ਕਿ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਹੈਗੀਆਂ ਉਹ ਦੇਣੀਆਂ ਜਿਹੜੀਆਂ ਹੈ ਉਹ ਸੰਸਾਰ ਦੇ ਵਿੱਚ ਅਤ ਮੁਸ਼ਕਲ ਹੋ ਜਾਂਦੀਆਂ। ਸੋ ਅਸਲ ਦੇ ਵਿੱਚ ਸਾਧੂਆਂ ਦੀ ਜਿਹੜੀ ਮਹਿਮਾ ਹੈ ਨਾ ਇਹੋ ਹੀ ਆ ਜਿਹਨੂੰ ਬਾਣੀ ਨੇ ਕਿਹਾ ਹੈ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਿ ਵੱਡੇ ਜਿਹੜੇ ਵੇਦ ਗ੍ਰੰਥ ਸਾਧੂਆਂ ਦੀ ਮਹਿਮਾ ਨਹੀਂ ਜਾਣਦੇ, ਕਿਉਂਕਿ ਸਾਧੂਆਂ ਦੀ ਮਹਿਮਾ ਜਿਹੜੀ ਹੈ ਨਾ ਪਰੇ ਤੋਂ ਪਰੇ ਉੱਚੀ ਤੋਂ ਉੱਚੀ ਆ। ਉਹਨਾਂ ਦੀ ਮਾਣ ਇੱਜ਼ਤ ਵਡਿਆਈ ਜਿਹੜੀ ਹੈ ਉਹ ਸੰਸਾਰ ਨਾਪ ਨਹੀਂ ਸਕਦਾ। ਅਸਲ ਦੇ ਵਿੱਚ ਸਾਧੂ ਜਿਹੜੇ ਆ ਉਹ ਹੀਰੇ ਹੁੰਦੇ ਆ। ਸੋ ਇਹ ਜਿਹੜੇ ਹੀਰੇ ਸਾਧੂ ਹੁੰਦੇ ਆ ਉਹ ਜੀਂਦੇ ਜੀ ਤਾਂ ਜਗਤ ਨੂੰ ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਦਿਖਾਈ ਦਿੰਦਾ ਹੈ,
ਪਰ ਇਹੋ ਜਿਹਾ ਸਾਧੂ ਜਿਹੜਾ ਹੈਗਾ ਜਿਨ੍ਹਾਂ ਦਾ ਅੰਤਮ ਜਿਹੜਾ ਹੈਗਾ ਕਿਰਿਆ ਜਿਹੜੀ ਹੈਗੀ ਉਹ ਫੁੱਲਾਂ ਜਾਂ ਜਹਾਜ਼ਾਂ ਦੇ ਨਾਲ ਜਾਂ ਹੋਰ ਕੋਈ ਸੁਗੰਧੀਆਂ ਦੇ ਨਾਲ ਕਰਨ ਦੇ ਯੋਗ ਹੁੰਦੀ ਆ, ਪਰ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਤਰਫਾ ਜਾਣੀ ਕਰਦੇ ਹੋਏ ਆਪਣੇ ਸਰੀਰ ਨੂੰ ਕਿਵੇਂ ਜਿਹੜਾ ਹੈਗਾ ਉਹ ਵਸੀਅਤ ਦੇ ਵਿੱਚ ਦਰਜ ਕਰਾਇਆ ਕਿ ਮੇਰਾ ਸਰੀਰ ਜਿਹੜਾ ਹੈਗਾ ਵੈਸ਼ਨਵੀ ਸਾਧੂਆਂ ਦੇ ਕੰਧਿਆਂ ਉੱਤੇ ਨਹੀਂ ਸੋਵਦਾ, ਸੋ ਇਸ ਕਰਕੇ ਮੇਰੀਆਂ ਲੱਤਾਂ ਨੂੰ ਰੱਸਾ ਪਾ ਕੇ ਜਾਣੀ ਘੜੀਸ ਕੇ ਜਿਹੜਾ ਹੈਗਾ ਉਹ ਜਲ ਸਮਾਧੀ ਦੇ ਵਿੱਚ ਦਿੱਤਾ ਜਾਵੇ। ਦੇਖੋ ਇਹੋ ਜਿਹੜੇ ਸਾਧੂ ਹੁੰਦੇ ਆ ਉਹ ਵਿਰਲੇ ਹੁੰਦੇ, ਇਸੇ ਕਰਕੇ ਸਾਨੂੰ ਬਾਣੀ ਮੈਂ ਨੇ ਆਖਿਆ ਹੈਗਾ ਕਿ ਕੋਟਨ ਮੈਂ ਨਾਨਕੋ ਨਾਰਾਇਣ ਜੇ ਜੀ, ਕਿ ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਸਾਧੂ ਹੁੰਦਾ ਹੈ ਜਿਹੜਾ ਆਪਣੇ ਮਨ ਦੀਆਂ ਆਸ਼ਾਵਾਂ ਨੂੰ ਜਾਣੀ ਕਿ ਇਸ ਢੰਗ ਨਾਲ ਸੰਸਾਰ ਦੇ ਵਿੱਚ ਦੱਸਦਾ ਹੈਗਾ ਕਿ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।